आप लिहो तुम कथा सुधारी। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬੋਹਰੋ ਇੱਕ ਦਿਨ ਚੜੇ ਸ਼ਿਕਾਰ, ਜਹਾਂਗੀਰ ਹੋਇ ਕਰ ਅਸਵਾਰ। ਕਹਿ ਕਰ ਸਤਿਗੁਰ ਸੰਗ ਚੜਾਏ, ਹੈਯਨ ਕੁਦਾਵਤ ਚੱਲੇ ਅਗਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸੋਧਾ ਰਹਿ ਰਾਸ ਜੀ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਕਥਾ ਨਾਲ ਜੁੜੀਏ। ਜਦੋਂ ਮਹਾਰਾਜ ਨੂੰ ਬਾਦਸ਼ਾਹ ਨੇ ਆਪਣੇ ਨਾਲ ਆਗਰੇ ਲਿਜਾਣਾ ਕੀਤਾ ਹੈ, ਰਸਤੇ 'ਚ ਬਹੁਤ ਨਗਰਾਂ ਸ਼ਹਿਰਾਂ ਵਿੱਚ ਵਿਚਰਦੇ ਹੋਏ ਮਥੁਰਾ ਔਰ ਆਗਰੇ ਪਹੁੰਚੇ ਹਨ। ਸਤਿਗੁਰੂ ਜੀ ਹਰ ਰੋਜ਼ ਸ਼ਿਕਾਰ ਨੂੰ ਜਾਂਦੇ ਬਾਦਸ਼ਾਹ ਨਾਲ ਜਾਂਦਾ, ਕਦੀ ਗੁਰੂ ਸਾਹਿਬ ਜਾਂਦੇ ਬਾਦਸ਼ਾਹ ਦੇ ਨਾਲ, ਕਦੀ ਗੁਰੂ ਸਾਹਿਬ ਨੂੰ ਬਾਦਸ਼ਾਹ ਆਪਣੇ ਨਾਲ ਲੈ ਕੇ ਜਾਂਦਾ। ਇਸ ਤਰ੍ਹਾਂ ਪਰਸਪਰ ਪ੍ਰੇਮ ਪਿਆਰ ਬਣਿਆ ਹੋਇਆ ਔਰ ਆਗਰੇ ਪਹੁੰਚੇ ਹਨ। ਬਾਦਸ਼ਾਹ ਦੇ ਮਨ ਵਿੱਚ ਸ਼ੰਕਾ ਸੀ ਕਿ ਗੁਰੂ ਸਾਹਿਬ ਨੂੰ ਲੋਕ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਹੈ। ਇੱਕ ਦਿਨ ਉਸਨੇ ਸਤਿਗੁਰਾਂ ਤੋਂ ਪੁੱਛ ਹੀ ਲਿਆ ਕਿ ਆਪ ਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ। ਮਹਾਰਾਜ ਕਹਿੰਦੇ, ਭਾਈ ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ ਕੋਈ ਸਾਨੂੰ ਸੱਚਾ ਪਾਤਸ਼ਾਹ ਕਵੇ, ਪਰ ਸਿੱਖ ਪ੍ਰੇਮ ਨਾਲ ਆਪੇ ਹੀ ਸੱਚਾ ਪਾਤਸ਼ਾਹ ਕਹਿੰਦੇ। ਬਾਦਸ਼ਾਹ ਦਾ ਸ਼ੰਕਾ ਮਿਟਿਆ ਨਹੀਂ। ਸਤਿਗੁਰੂ ਜਾਣੀ ਜਾਣ ਸਮਝ ਗਏ ਹਨ। ਅੱਗੇ ਹੁਣ ਕੌਤਕ ਵਰਤੇਗਾ, ਉਹ ਕਥਾ ਸਰਵਣ ਕਰੀਏ। ਪ੍ਰੇਮ ਦੇ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਹਰੋ ਇੱਕ ਦਿਨ ਚੜੇ ਸ਼ਿਕਾਰ, ਫਿਰ ਇੱਕ ਦਿਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਨੂੰ ਚੜੇ ਹਨ। ਜਹਾਂਗੀਰ ਹੋਇ ਕਰ ਅਸਵਾਰ। ਜਹਾਂਗੀਰ ਬਾਦਸ਼ਾਹ ਨਾਲ ਚੜਿਆ ਸਵਾਰ ਹੋਇਆ ਹੈ। ਕਹਿ ਕਰ ਸਤਿਗੁਰ ਸੰਗ ਚੜਾਏ, ਗੁਰੂ ਸਾਹਿਬ ਨੂੰ ਬੇਨਤੀ ਕਰਕੇ ਵੀ ਮੈਂ ਨਾਲ ਜਾਵਾਂਗਾ ਸ਼ਿਕਾਰ ਖੇਡਣ ਲਈ, ਆਪ ਜੀ ਨਾਲ ਚੱਲੋ। ਇਸ ਤਰ੍ਹਾਂ ਗੁਰੂ ਸਾਹਿਬ ਅਤੇ ਬਾਦਸ਼ਾਹ ਸ਼ਿਕਾਰ ਨੂੰ ਚੜੇ ਹਨ। ਹੈਯਨ ਕੁਦਾਵਤ ਚੱਲੇ ਅਗਾਏ। ਘੋੜਿਆਂ ਤੇ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਜਾ ਰਹੇ ਹਨ। ਸ਼੍ਰੀ ਹਰਗੋਬਿੰਦ ਦੂਸਰ ਸ਼ਾਹੂ। ਇੱਕ ਘੋੜੇ ਤੇ ਮਹਾਰਾਜ ਹਨ, ਦੂਜੇ ਤੇ ਬਾਦਸ਼ਾਹ ਹੈ। ਦੋਨੋਂ ਅਸ ਪਰ ਗਮਨਤ ਰਾਹੂ। ਬੜੇ ਸੋਹਣੇ ਸੁੰਦਰ ਘੋੜਿਆਂ ਬਲੀ ਘੋੜਿਆਂ ਤੇ ਸਵਾਰ ਹਨ। ਇੱਕ ਤੇ ਛੇਵੇਂ ਪਾਤਸ਼ਾਹ ਮਹਾਰਾਜ ਹਨ, ਇੱਕ ਤੇ ਜਹਾਂਗੀਰ ਹੈ। ਕਾਨਨ ਚਲੇ ਜਾਤ ਉਸ ਤਾਹੂ। ਔਰ ਸਾਧ ਸੰਗਤ ਜੀ ਜੰਗਲ ਦੇ ਵਿੱਚ ਬਾਦਸ਼ਾਹ ਦੇ ਨਾਲ ਗੁਰੂ ਸਾਹਿਬ ਸ਼ਿਕਾਰ ਖੇਡਦੇ ਜਾ ਰਹੇ ਨੇ। ਭਨਤ ਸੁਨਤ ਬਚ ਆਪ ਸਮਾਹੂ। ਆਪਸ 'ਚ ਬਚਨ ਵਿਲਾਸ ਵੀ ਕਰਦੇ ਨੇ। ਬਾਦਸ਼ਾਹ ਕਈ ਗੱਲਾਂ ਪੁੱਛਦਾ ਹੈ, ਗੁਰੂ ਸਾਹਿਬ ਦੱਸਦੇ ਹਨ। ਜਹਾਂ ਮ੍ਰਿਗਨ ਕੋ ਅਧਿਕ ਬਸੇਰੇ। ਜਿੱਥੇ ਜੰਗਲ ਦੇ ਵਿੱਚ ਬਹੁਤ ਸਾਰੇ ਮਿਰਗ ਹਿਰਣਾਂ ਦਾ ਵਾਸਾ ਹੈ, ਜੰਗਲੀ ਜਾਨਵਰ ਜਿੱਥੇ ਬਹੁਤ ਹਨ। ਲਿਏ ਜਾਤ ਭੇਤੀ ਜੇ ਅਗੇਰੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਹਨ। ਕੂਕਰ ਚੀਤੇ ਬਾਜ ਕਨੇਰੇ। ਨਾਲ ਮੀਰ ਸ਼ਿਕਾਰੀਆਂ ਦਾ ਮਹਿਕਮਾ, ਸ਼ਿਕਾਰੀ ਕੁੱਤੇ ਹਨ, ਬਾਜ ਹਨ। ਬਹਿਰੀ ਜੁਰਰੇ ਬੇਗ ਬਡੇਰੇ। ਬਹਿਰੀ ਬੱਚਾ, ਜੁਰਰੇ, ਸਿਚਾਨੇ, ਇੱਦਾਂ ਦੇ ਪੰਛੀ ਜਿਹੜੇ ਸ਼ਿਕਾਰ ਮਾਰਨ ਵਿੱਚ ਬੜੇ ਤੇਜ਼ ਹੁੰਦੇ ਹਨ, ਉਹ ਨਾਲ ਹਨ। ਸੰਗ ਬਾਵਰੈ ਲੇਤ ਸਿਧਾਏ। ਔਰ ਬਹੁਤ ਸਾਰੇ ਸ਼ਿਕਾਰੀਆਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਜਾ ਰਹੇ ਨੇ। ਜਾਏ ਪ੍ਰਵੇਸ਼ੇ ਬਨ ਸਮੁਦਾਏ। ਇਸ ਤਰ੍ਹਾਂ ਜੰਗਲ ਵਿੱਚ ਜਾ ਵੜੇ ਹਨ। ਸਤਿਗੁਰ ਅਰ ਹਜ਼ਰਤ ਇੱਕ ਸੰਗ। ਬਾਦਸ਼ਾਹ ਤੇ ਗੁਰੂ ਸਾਹਿਬ ਨਾਲ ਨੇੜੇ ਜਾ ਰਹੇ ਨੇ ਘੋੜੇ ਤੇ। ਕਰੈ ਧਵਾਵਨ ਬੇਗ ਤੁਰੰਗ। ਬੜੇ ਬਲੀ ਘੋੜਿਆਂ ਨੂੰ ਨਾਲ ਲਈ ਜਾਂਦੇ ਹਨ। ਬਨ ਕੇ ਜੀਵ ਘੇਰ ਕਰ ਮਾਰ ਹੈ। ਜੰਗਲ ਦੇ ਜੀਵਾਂ ਨੂੰ ਘੇਰ ਕੇ ਮਾਰਦੇ ਹਨ। ਨਿਕਸਹਿ ਅਗਰ ਨ ਜੀਅਤ ਸਿਧਾਰ ਹੈ। ਜਿਹੜਾ ਕੋਈ ਸ਼ਿਕਾਰ ਅੱਗੋਂ ਦੀ ਨਿਕਲਦਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਰ ਤੋਂ ਬਚਦਾ ਨਹੀਂ। ਗੁਰੂ ਸਾਹਿਬ ਬੜੀ ਫੁਰਤੀ ਨਾਲ ਜਾਨਵਰ ਦਾ ਸ਼ਿਕਾਰ ਕਰ ਲੈਂਦੇ ਹਨ। ਤੀਰਨ ਸੰਗ ਐਂਚ ਗੁਰ ਹਨੇ। ਮਹਾਰਾਜ ਛੇਵੇਂ ਪਾਤਸ਼ਾਹ ਦਾ ਨਿਸ਼ਾਨਾ ਬੜਾ ਸਟੀਕ ਹੈ, ਬੜਾ ਪੱਕਾ ਹੈ। ਸਤਿਗੁਰੂ ਪਾਤਸ਼ਾਹ ਜੀ ਕੰਨਾਂ ਤਾਈਂ ਖਿੱਚ ਕੇ ਤੀਰ ਮਾਰਦੇ ਨੇ। ਜੇ ਕਿਸੇ ਜੰਗਲੀ ਸੂਰ ਨੂੰ ਵੱਜ ਜਾਵੇ ਸਾਰ ਪਾਰ ਲੰਘਾ ਦਿੰਦੇ ਨੇ।
ਜੇ ਕਿਸੇ ਹਿਰਨ ਦੇ ਲੱਗੇ ਉਹਨੂੰ ਵੀ ਪਾਰ ਬੁਲਾਉਂਦੇ ਨੇ। ਜਹਾਂਗੀਰ ਸੰਘਾਰਤ ਘਨੇ। ਜਹਾਂਗੀਰ ਵੀ ਬੜਾ ਤਗੜਾ ਸ਼ਿਕਾਰੀ ਹੈ, ਉਹ ਵੀ ਆਪਣੀ ਬੰਦੂਕ ਨਾਲ ਜਾਂ ਆਪਣੇ ਤੀਰਾਂ ਨਾਲ ਸ਼ਿਕਾਰ ਖੇਡਦਾ ਹੈ। ਸਵਾਨ ਗਹਿ ਅਰ ਚੀਤੇ ਛੋਰ ਹੈ। ਔਰ ਸ਼ਿਕਾਰੀ ਕੁੱਤੇ ਸ਼ਿਕਾਰਾਂ ਨੂੰ ਫੜਦੇ ਹਨ ਜਾ ਕੇ, ਤੇ ਚੀਤੇ ਵੀ ਜਾ ਕੇ ਸ਼ਿਕਾਰ ਮਾਰਦੇ ਹਨ। ਜਾਨ ਨ ਦੇਤ ਫਾਂਦ ਕਰ ਦੌਰ ਹੈ। ਕਿਸੇ ਨੂੰ ਜਾਣ ਨਹੀਂ ਦਿੰਦੇ, ਦੌੜ ਕੇ ਲੰਮੀਆਂ ਛਾਲਾਂ ਮਾਰ ਕੇ ਸ਼ਿਕਾਰੀ ਕੁੱਤੇ ਸ਼ਿਕਾਰ ਨੂੰ ਫਾ ਲੈਂਦੇ ਨੇ। ਇਸ ਬਿਦ ਕਰ ਅਖੇਰ ਕੋ ਨਾਨਾ। ਇਸ ਪ੍ਰਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾਨਾ ਪ੍ਰਕਾਰ ਨਾਲ ਜੰਗਲ 'ਚ ਸ਼ਿਕਾਰ ਖੇਡਿਆ, ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ ਹੈ। ਪਿਖ ਹੈ ਤਮਾਸ਼ੋ ਕਰਤ ਪਿਆਨਾ। ਔਰ ਸਤਿਗੁਰੂ ਜੀ ਇਹ ਸ਼ਿਕਾਰ ਦਾ ਕੌਤਕ ਕਰਦੇ ਹੋਏ, ਦੇਖਦੇ ਹੋਏ, ਤਮਾਸ਼ਾ ਜੰਗਲ 'ਚ ਦੇਖਦੇ ਤੁਰੇ ਜਾਂਦੇ ਨੇ। ਬੋਹਰ ਭਈ ਤੀਛਨ ਬੜ ਕਹਾਮ। ਫਿਰ ਸਾਧ ਸੰਗਤ ਜੀ ਬਾਹਲੀ ਗਰਮੀ ਹੋ ਗਈ, ਦੁਪਹਿਰ ਦਾ ਟਾਈਮ ਹੋ ਗਿਆ, ਸੂਰਜ ਸਿਰ ਤੇ ਆ ਗਿਆ, ਗਰਮੀ ਬਹੁਤ ਜ਼ਿਆਦਾ। ਉਸ ਇਲਾਕੇ 'ਚ ਮਥੁਰਾ, ਧੌਲਪੁਰ, ਆਗਰਾ, ਗਵਾਲੀਅਰ ਜ਼ਿਆਦਾਤਰ ਰੋਹੀ ਹੈ। ਉੱਚੇ ਨੀਵੇਂ ਟਿੱਬੇ ਹਨ ਚੰਬਲ ਦੀ ਘਾਟੀ ਦੇ। ਧੌਲਪੁਰ ਦਾ ਇਲਾਕਾ, ਫਿਰ ਉਰੇ ਆਗਰੇ ਦਾ ਇਲਾਕਾ, ਮਥੁਰਾ ਤੱਕ ਹਰਿਆਲੀ ਘੱਟ ਹੀ ਨਜ਼ਰ ਆਉਂਦੀ ਹੈ ਉੱਧਰ। ਹੁਣ ਪਹਿਲਾਂ ਵੀ ਇੱਦਾਂ ਹੀ ਸੀ ਵੀ ਸ਼ਿਕਾਰ ਜਿਹੜਾ ਸੀ ਉਹ ਜਦੋਂ ਮਾਰਨ ਜਾਂਦੇ ਸੀ ਤੇ ਬਹੁਤ ਜੰਗਲ 'ਚ ਰੋਹੀ ਦੇ ਵਿੱਚ ਗਰਮੀ ਹੋ ਜਾਂਦੀ ਸੀ, ਪਾਣੀ ਵੀ ਉੱਧਰ ਘੱਟ ਹੀ ਮਿਲਦਾ ਸੀ। ਸੋ ਕਹਿੰਦੇ ਬਹੁਤ ਗਰਮੀ ਹੋ ਗਈ ਹੈ। ਚਾਹਤ ਉਤਰਨ ਹਿਤ ਬਿਸਰਾਮ। ਮਹਾਰਾਜ ਸਾਹਿਬ ਜੀ ਅਤੇ ਬਾਦਸ਼ਾਹ ਦੁਪਹਿਰਾ ਕੱਟਣ ਲਈ ਕਿਤੇ ਆਰਾਮ ਕਰਨਾ ਚਾਹੁੰਦੇ ਨੇ, ਉਤਰਨਾ ਚਾਹੁੰਦੇ ਨੇ। ਬਨ ਕੋ ਛੋਰਤ ਹਟੇ ਪਛੇਰੇ। ਕਹਿੰਦੇ ਜੰਗਲ 'ਚੋਂ ਵਾਪਸ ਪਰਤ ਪਏ ਨੇ। ਹੇਰਤ ਛਾਇਆ ਸਗਨ ਘਨੇਰੇ। ਔਰ ਬੜੀ ਸੰਘਣੀ ਛਾਇਆ ਵੇਖਦੇ ਨੇ ਵੀ ਕਿਤੇ ਮਿਲ ਜਾਵੇ ਜਿੱਥੇ ਦਰਖਤਾਂ ਦੇ ਥੱਲੇ ਤੰਬੂ ਲਾ ਕੇ ਆਰਾਮ ਕੀਤਾ ਜਾਵੇ। ਦੇਖ ਸਥਾਨ ਰੁਚਿਰ ਤਰ ਤਰੇ। ਸੋਹਣੀ ਥਾਂ ਵੇਖ ਕੇ, ਸੋਹਣੇ ਹਰੇ ਭਰੇ ਦਰਖਤ ਵੇਖ ਕੇ। ਉਤਰਿਓ ਸ਼ਾਹੋ ਖੇਦ ਪਰ ਹਰੇ। ਬਾਦਸ਼ਾਹ ਉਤਰਿਆ ਹੈ, ਆਪਣੀ ਫੌਜ ਸਮੇਤ ਡੇਰਾ ਕੀਤਾ ਤੇ ਆਪਣੀ ਕਸ਼ਟ ਦੁੱਖ ਜਿਹੜੀ ਥਕਾਵਟ ਸੀ ਦੂਰ ਕੀਤੀ ਹੈ। ਤਿਸ ਤੇ ਕਿਤਕ ਦੂਰ ਗੁਰ ਥੇਰੇ। ਉਹਦੇ ਤੰਬੂ ਦੇ ਲਾਗੇ ਦੂਰ ਥੋੜੀ ਦੂਰੀ ਤੇ ਮਹਾਰਾਜ ਨੇ ਵੀ ਆਪਣਾ ਆਸਣ ਲਾ ਲਿਆ, ਛੇਵੇਂ ਪਾਤਸ਼ਾਹ ਜੀ ਨੇ। ਤਰੇ ਤਰੋਵਰ ਕੇ ਸੁਖ ਕਰੇ। ਮਹਾਰਾਜ ਵੀ ਦਰਖਤ ਥੱਲੇ ਆਸਣ ਲਾ ਬੈਠੇ ਹਨ ਤੇ ਬਾਦਸ਼ਾਹ ਵੀ। ਹਾਂਜੀ, ਦੋਹਰਾ ਸ਼ਾਹੋ ਤਰੋਵਰ ਕੇ ਤਰੇ। ਬਾਦਸ਼ਾਹ ਦਰਖਤ ਦੇ ਥੱਲੇ ਬੈਠਾ ਹੈ। ਅਲਪ ਨਰਨ ਤਿਹ ਸੰਗ। ਕੁਝ ਬੰਦੇ, ਕੁਝ ਅਫਸਰ ਉਹਦੇ ਨਾਲ ਹਨ, ਸ਼ਿਕਾਰੀ, ਮੀਰ ਸ਼ਿਕਾਰੀ ਨਾਲ ਹਨ, ਸ਼ਸਤਰਧਾਰੀ ਨਾਲ ਹਨ, ਫੌਜਾਂ ਨਾਲ ਹਨ। ਬੈਠਿਓ ਹਿਤ ਬਿਸਰਾਮ ਕੇ। ਬਾਦਸ਼ਾਹ ਆਰਾਮ ਦੇ ਲਈ ਬੈਠਾ ਹੈ। ਖਰੋ ਸਮੀਪ ਤੁਰੰਗ। ਉਹਦਾ ਘੋੜਾ ਲਾਗੇ ਖੜਾ ਹੈ। ਚੌਪਈ ਤੈਸੇ ਕਿਤਕ ਦੂਰ ਗੁਰ ਥੇਰੇ। ਇਸੇ ਤਰ੍ਹਾਂ ਗੁਰੂ ਸਾਹਿਬ ਵੀ ਦੂਸਰੇ ਦਰਖਤ ਥੱਲੇ ਥੋੜੀ ਦੂਰੀ ਤੇ ਬੜੀ ਸੰਘਣੀ ਛਾਇਆ ਵਿੱਚ ਪਲੰਘਾ ਡਾਹ ਕੇ ਬਿਰਾਜੇ ਹਨ। ਕਾਮ ਤਪਤ ਨਿਰਵਾਰਨ ਕਰੇ। ਜਿਹੜੀ ਗਰਮੀ ਦੀ ਧੁੱਪ ਸੀ, ਜਿਹੜੀ ਥਕਾਵਟ ਸੀ ਸ਼ਿਕਾਰ ਖੇਡਦਿਆਂ ਹੋਈ, ਗੁਰੂ ਸਾਹਿਬ ਨੇ ਦੂਰ ਕੀਤੀ ਹੈ। ਤਹ ਇੱਕ ਕਾਹੀ ਚਲ ਕਰ ਆਇਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਮਹਾਰਾਜ ਦੇ ਕੌਤਕ ਨਿਆਰੇ ਨੇ। ਪ੍ਰਾਣੀ ਨੂੰ ਸ਼ੰਕਾ ਪੈ ਜਾਵੇ ਮਹਾਰਾਜ ਕੱਢ ਦਿੰਦੇ। ਜਹਾਂਗੀਰ ਨੂੰ ਜਿਹੜਾ ਸ਼ੰਕਾ ਪਿਆ ਸੀ ਉਹਦਾ ਨਿਕਲਣ ਦਾ ਸਮਾਂ ਆ ਗਿਆ। ਇੱਕ ਘਾਈ ਗਰੀਬ ਆਦਮੀ ਘਾਹ ਵੇਚ ਕੇ ਗੁਜ਼ਾਰਾ ਕਰਨ ਵਾਲਾ ਉੱਥੇ ਆ ਗਿਆ। ਹਾਂਜੀ, ਕਾਸ ਖੁਰਚ ਬੇਹਿਤ ਲਲਚਾਇਓ। ਉਹ ਘਾਈ ਘਾਹ ਖੁਰਚਣ ਵਾਸਤੇ ਮਨ ਵਿੱਚ ਜੰਗਲ 'ਚ ਆਇਆ ਸੀ ਵੀ ਘਾਹ ਖੁਰਚ ਕੇ ਲਿਆਵਾਂਗਾ ਤੇ ਆਪਣੇ ਬੱਚਿਆਂ ਵਾਸਤੇ 4 ਪੈਸੇ ਕਮਾ ਕੇ ਤੇ ਰੋਟੀ ਦਾ ਬੰਦੋਬਸਤ ਕਰਾਂਗਾ। ਹਾਂਜੀ, ਆਵਤ ਸੁਨਿਓ ਗੁਰੂ ਇਤ ਆਏ। ਜਦੋਂ ਉਸ ਘਾਈ ਨੇ ਸੁਣਿਆ ਵੀ ਗੁਰੂ ਸਾਹਿਬ ਇਸ ਜੰਗਲ ਵੱਲ ਆਏ ਹੋਏ ਨੇ। ਹਾਂਜੀ, ਹਿਤ ਸ਼ਿਕਾਰ ਕੇ ਅਗਰ ਸਿਧਾਏ। ਗੁਰੂ ਸਾਹਿਬ ਇੱਧਰ ਧੌਲਪੁਰ ਦੇ ਇਲਾਕੇ 'ਚ ਸ਼ਿਕਾਰ ਖੇਡਦੇ ਫਿਰਦੇ ਨੇ, ਬਾਦਸ਼ਾਹ ਦੇ ਨਾਲ ਆਏ ਹੋਏ ਨੇ। ਇਹ ਗੱਲ ਜਦੋਂ ਸੁਣੀ ਉਸ ਘਾਈ ਨੇ, ਹਰਖਿਓ ਮੈਂ ਇਤ ਦਰਸ਼ਨ ਪਾਊ। ਉਹ ਗੁਰੂ ਮਹਾਰਾਜ ਦਾ ਪ੍ਰੇਮੀ ਸੀ, ਦਰਸ਼ਨ ਕਰਨਾ ਚਾਹੁੰਦਾ ਸੀ, ਦਰਸ਼ਨ ਕੀਤੇ ਨਹੀਂ ਸੀ ਅਜੇ। ਉਹਨੇ ਸੋਚਿਆ ਵੀ ਜੇ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਇੱਧਰ ਆਏ ਨੇ ਗੁਰੂ ਸਾਹਿਬ,
ਤੇ ਮੈਂ ਚੱਲ ਕੇ ਦਰਸ਼ਨ ਕਰ ਲਵਾਂ। ਮਨੋ ਕਾਮਨਾ ਸਭ ਪੁਰਵਾਓ। ਗੁਰੂ ਸਾਹਿਬ ਦੇ ਦਰਸ਼ਨ ਕਰਾਂਗਾ, ਜਿਹੜੀ ਮੇਰੀ ਮਨ ਦੀ ਕਾਮਨਾ ਪੂਰੀ ਹੋਏਗੀ। ਉਹਨਾਂ ਦੇ ਦਰਸ਼ਨ ਕਰਕੇ ਮਨ ਦੇ ਸੰਤਾਪ ਮਿਟ ਜਾਣਗੇ। ਸੰਗ ਨਰਨ ਕੀ ਭੀੜ ਨਾ ਕੋਈ। ਨਾਲੇ ਇੱਥੇ ਗੁਰੂ ਸਾਹਿਬ ਦੇ ਕੋਲ ਬਹੁਤੀ ਭੀੜ ਵੀ ਨਹੀਂ ਹੋਵੇਗੀ, ਖੁੱਲੇ ਦਰਸ਼ਨ ਹੋ ਜਾਣਗੇ। ਹਾਂਜੀ, ਮਸਤਕ ਟੇਕੋਂ ਦਰਸ਼ਨ ਹੋਈ। ਮਹਾਰਾਜ ਨੂੰ ਚੱਲ ਕੇ ਮੱਥਾ ਟੇਕਾਂਗਾ, ਮਹਾਰਾਜ ਦੇ ਦਰਸ਼ਨ ਕਰਾਂਗਾ। ਹੱਥ ਜੋੜ ਮੈਂ ਅਰਜ਼ ਗੁਜ਼ਾਰੋਂ। ਮੈਂ ਆਪਣੇ ਗੁਰੂ ਅੱਗੇ ਅਰਦਾਸ ਕਰਾਂਗਾ, ਹੱਥ ਜੋੜ ਕੇ ਆਪਣੀ ਬੇਨਤੀ ਰੱਖਾਂਗਾ। ਹਾਂਜੀ, ਮਨ ਤਨ ਕੇ ਦੁਖ ਸਭ ਨਿਰਵਾਰੋਂ। ਮੇਰੇ ਮਨ ਤਨ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਮੇਰੇ ਤਨ ਮਨ ਨੂੰ ਸੁਖ ਸ਼ਾਂਤੀ ਮਿਲੇਗੀ। ਦਰਸ਼ਨ ਭੇਟ ਲੈਣ ਬਿਜੋਗਾ ਜੀਓ। ਮਹਾਰਾਜ ਦੇ ਦਰਸ਼ਨ ਕਰਦਿਆਂ ਸਾਰੇ ਦੁੱਖ ਦੂਰ ਹੋ ਜਾਂਦੇ। ਹਾਂਜੀ, ਇਮ ਚਿਤਵਤ ਚਲ ਕਰ ਤਹਿ ਆਇਓ। ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਘਾਹ ਖੁਰਚਣ ਵਾਲਾ ਗਰੀਬ ਆਦਮੀ ਮਹਾਰਾਜ ਦੇ ਦਰਸ਼ਨਾਂ ਦੀ ਇੱਛਾ ਲੈ ਕੇ ਆ ਗਿਆ। ਜਹਾਂਗੀਰ ਜਹ ਥਿਰ ਸੁਖ ਪਾਇਓ। ਜਿੱਥੇ ਜਹਾਂਗੀਰ ਬਾਦਸ਼ਾਹ ਬੈਠਾ ਸੀ, ਉੱਥੇ ਆ ਪਹੁੰਚਿਆ ਘਾਈ। ਹਾਂਜੀ, ਬੂਝਣ ਲਗਿਓ ਸਾਚ ਪਤਸ਼ਾਹੋ। ਤੇ ਸਿਪਾਹੀਆਂ ਨੂੰ ਪੁੱਛਦਾ, ਸੱਚੇ ਪਾਤਸ਼ਾਹ ਕਿੱਥੇ ਬੈਠੇ ਨੇ। ਹਾਂਜੀ, ਕਿਤ ਉਤਰਿਓ ਕਹੀਐ ਮੁਝ ਪਾਹੋ। ਉਹਨਾਂ ਦਾ ਉਤਾਰਾ ਕਿੱਥੇ ਹੋਇਆ, ਸੱਚੇ ਪਾਤਸ਼ਾਹ ਦਾ ਡੇਰਾ ਕਿੱਥੇ ਆ, ਮੈਨੂੰ ਦੱਸੋ। ਸ਼ਾਹੋ ਨਰਨ ਕੁਛ ਸਮਝਿਓ ਨਾਹੀ। ਬਾਦਸ਼ਾਹ ਦੇ ਬੰਦਿਆਂ ਨੇ ਉਹਦੀ ਗੱਲ ਨਹੀਂ ਸਮਝੀ ਵੀ ਉਹ ਕੀ ਪੁੱਛਦਾ ਹੈ, ਕੀ ਜਾਣਨਾ ਚਾਹੁੰਦਾ ਹੈ। ਹਾਂਜੀ, ਜਾਣਿਓ ਹਜ਼ਰਤ ਹੇਰਨ ਚਾਹੀ। ਉਹਨੇ ਪੁੱਛਿਆ, ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਆ। ਤੇ ਸਿਪਾਹੀਆਂ ਨੇ ਸਮਝ ਲਿਆ ਵੀ ਇਹ ਜਹਾਂਗੀਰ ਨੂੰ ਮਿਲਣਾ ਚਾਹੁੰਦਾ। ਹਾਂਜੀ, ਦਿਓ ਬਤਾਏ ਅਮਕ ਤਰ ਤਰੇ। ਕਹਿੰਦੇ ਉਹਨਾਂ ਸਿਪਾਹੀਆਂ ਨੇ ਦੱਸ ਦਿੱਤਾ ਵੀ ਅਮਕੇ ਦਰਖਤ ਥੱਲੇ, ਉਹ ਫਲਾਣੇ ਦਰਖਤ ਥੱਲੇ ਬੈਠਾ ਹੋਇਆ ਸੱਚੇ ਪਾਤਸ਼ਾਹ ਬੈਠੇ ਹੋਏ ਨੇ। ਹਾਂਜੀ, ਛਾਇਆ ਸਗਨ ਬਿਖੈ ਤਹਿ ਥਿਰੇ। ਸੰਘਣੀ ਛਾਇਆ ਦੇ ਵਿੱਚ ਬੈਠੇ ਨੇ। ਇਮਹੀ ਬੂਝਤ ਪਹੁੰਚਿਓ ਜਾਏ। ਉਹ ਪੁੱਛਦਾ ਪੁਛਾਂਦਾ ਘਾਈ ਉਸ ਜਗ੍ਹਾ ਤੇ ਪਹੁੰਚ ਗਿਆ ਜਹਾਂਗੀਰ ਬੈਠਿਓ ਜਿਸ ਥਾਏ। ਜਿੱਥੇ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਬੈਠਾ ਸੀ। ਬਰਜਨ ਵਾਰੋ ਨਰ ਜਹ ਖੜੋ। ਕਹਿੰਦੇ ਅੱਗੇ ਸਿਪਾਹੀ ਰੋਕਣ ਵਾਲੇ ਖੜੇ ਸਨ। ਉਹਨਾਂ ਨੂੰ ਹੁਕਮ ਸੀ ਵੀ ਕੋਈ ਬੰਦਾ ਬਾਦਸ਼ਾਹ ਦੇ ਨੇੜੇ ਨਹੀਂ ਆ ਸਕਦਾ ਯਕਦਮ ਤੁਰ ਕੇ। ਉਹ ਵਰਜਨ ਵਾਲਿਆਂ ਨੇ, ਪਹਿਰੇਦਾਰਾਂ ਨੇ, ਬਾਡੀਗਾਰਡਾਂ ਨੇ ਪੁੱਛਿਆ ਵੀ ਕਿੱਥੇ ਚੱਲਿਆ ਭਾਈ ਤੂੰ। ਹਾਂਜੀ, ਤਿਸ ਢਿਗ ਜਾਏ ਬੂਝਬੋ ਕਰੋ। ਉਹਨਾਂ ਦੇ ਕੋਲ ਪਹੁੰਚ ਕੇ ਉਹਨੂੰ ਪੁੱਛਿਆ। ਹਾਂਜੀ, ਬੈਠਿਓ ਜਹ ਸਾਚੋ ਪਤਸ਼ਾਹੂ। ਕਹਿਣ ਲੱਗਾ ਮੈਂ ਉੱਥੇ ਜਾ ਰਿਹਾ ਜਿੱਥੇ ਸੱਚੇ ਪਾਤਸ਼ਾਹ ਬੈਠੇ ਨੇ। ਹਾਂਜੀ, ਭੇਟ ਚੜਾਵਨ ਚਾਹਤ ਪਾਹੂ। ਮੈਂ ਭੇਟਾ ਲੈ ਕੇ ਆਇਆ, ਉਹਨਾਂ ਨੂੰ ਦੇਣੀ ਚਾਹੁੰਦਾ ਹਾਂ। ਹਾਂਜੀ, ਸ਼ਾਹ ਸਮੁਖ ਦੇਖਤ ਇਮ ਕਹਿਓ। ਕਹਿੰਦੇ ਬਾਦਸ਼ਾਹ ਸਾਹਮਣੇ ਬੈਠਾ ਸੀ ਤੇ ਬਾਦਸ਼ਾਹ ਨੇ ਆਖਿਆ, ਆਵਨ ਦੇਹੋ ਕਹਾਂ ਇਨ ਲਹਿਓ। ਇਹਨੂੰ ਆਉਣ ਦਿਓ, ਨਾ ਰੋਕੋ ਭਾਈ, ਇਹਨੂੰ ਕੀ ਚਾਹੁੰਦਾ ਏ, ਮੇਰੇ ਕੋਲ ਭੇਜੋ ਇਹਨੂੰ। ਹਾਂਜੀ, ਕਿਨਹੋ ਨਾ ਬਰਜਿਓ ਰੁਖ ਕੋ ਹੇਰੇ। ਕਹਿੰਦੇ ਬਾਦਸ਼ਾਹ ਦਾ ਹੁਕਮ ਸੀ, ਹੁਣ ਕੌਣ ਰੋਕ ਸਕਦਾ ਸੀ। ਵੈਸੇ ਤਾਂ ਬਾਡੀਗਾਰਡ ਦੀ ਜਿਹੜੀ ਡਿਊਟੀ ਹੁੰਦੀ, ਸਿਕਿਉਰਿਟੀ ਵਾਲਿਆਂ ਦੀ ਬੜੀ ਸਖਤ ਹੁੰਦੀ ਹੈ। ਹਰ ਬੰਦੇ ਨੂੰ ਪੁੱਛ ਗਿੱਛ ਕੇ ਅੱਗੇ ਜਾਣ ਦਿੰਦੇ। ਕੋਈ ਪਤਾ ਨਹੀਂ ਕੋਈ ਬਾਦਸ਼ਾਹ 'ਤੇ ਹਮਲਾ ਕਰਨ ਵਾਲਾ ਨਾ ਹੋਵੇ, ਕੋਈ ਕਾਤਲ ਨਾ ਹੋਵੇ, ਕੋਈ ਹੋਰ ਨੁਕਸਾਨ ਨਾ ਕਰਦਾ ਹੋਵੇ, ਬਾਦਸ਼ਾਹ ਦਾ ਸਮਾਂ ਜਾਇਆ ਨਾ ਕਰਦਾ ਹੋਵੇ। ਕਈ ਗੱਲਾਂ ਦੇਖਣੀਆਂ ਪੈਂਦੀਆਂ। ਪਰ ਬਾਦਸ਼ਾਹ ਨੇ ਕਹਿਤਾ ਵੀ ਇਹਨੂੰ ਆਉਣ ਦਿਓ, ਤੇ ਫਿਰ ਰੋਕ ਵੀ ਨਹੀਂ ਸਕਦੇ। ਉਹ ਘਾਈ ਗੁਰੂ ਕਾ ਪਿਆਰਾ ਬਾਦਸ਼ਾਹ ਵੱਲ ਵਧਿਆ ਹੈ। ਹਾਂਜੀ, ਕਰ ਧਰ ਟਕਾ ਗਇਓ ਤਬ ਨੇਰੇ। ਹੱਥ ਵਿੱਚ ਇੱਕ ਟਕਾ ਹੈ। ਉਹ ਟਕਾ ਹੱਥ ਤੇ ਧਰ ਕੇ ਬਾਦਸ਼ਾਹ ਦੇ ਨੇੜੇ ਪਹੁੰਚਿਆ ਹੈ। ਵੇਖ ਸਰੂਪ ਦੇਖ ਸੋ ਕਾਹੀ। ਕਹਿੰਦੇ ਘਾਈ ਨੇ ਵੇਖਿਆ ਬੜਾ ਸ਼ਾਹੀ ਠਾਠ, ਬੜੀ ਸੋਹਣੀ ਕਲਗੀ ਬਾਦਸ਼ਾਹ ਜਹਾਂਗੀਰ ਨੇ ਲਾਈ ਹੋਈ, ਬੜਾ ਸੋਹਣਾ ਸਰੂਪ ਉਹਦਾ ਵੀ। ਹਾਂਜੀ, ਅਦਿਕ ਆਨੰਦ ਧਾਰ ਉਰ ਮਾਹੀ। ਉਹਨੇ ਸਮਝਿਆ ਇਹ ਸੱਚੇ ਪਾਤਸ਼ਾਹ ਹੀ ਨੇ। ਪਹਿਲੀ ਵਾਰੀ ਜੋ ਦਰਸ਼ਨ ਕਰਨੇ ਸੀਗੇ, ਪਤਾ ਨਹੀਂ ਸੀ, ਗੁਰੂ ਹਰਗੋਬਿੰਦ ਸਾਹਿਬ ਦੀ ਪਛਾਣ ਨਹੀਂ ਸੀ ਅਜੇ। ਕਹਿੰਦੇ ਬੜੇ ਆਨੰਦ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਆਨੰਦ ਵਿਭੋਰ ਹੋ ਕੇ ਉਸ ਗਰੀਬ ਸਿੱਖ ਨੇ ਆਗੇ ਟਕਾ ਰਾਖ ਨਿਜ ਕਰਤੇ। ਆਪਣੇ ਹੱਥ ਤੋਂ ਉਹ ਟਕਾ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ। ਬੰਦਨ ਕਰੀ ਨੰਮਰ ਹੋਏ ਸਿਰ ਤੇ। ਔਰ ਬੜੀ ਨਿਮਰਤਾ ਨਾਲ ਬਾਦਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ।
ਹਾਥ ਜੋੜ ਪੁਨ ਅਰਜ਼ ਗੁਜ਼ਾਰੀ। ਫਿਰ ਹੱਥ ਜੋੜ ਗਲ ਪੱਲਾ ਪਾ ਕੇ ਉਹ ਘਾਈ ਅਰਦਾਸ ਕਰਨ ਲੱਗਾ। ਸਾਚੋ ਪਾਤਸ਼ਾਹੋ ਗੁਰ ਪਹਾਰੀ। ਹੇ ਸੱਚੇ ਪਾਤਸ਼ਾਹ, ਹੇ ਗੁਰੂ ਗਰੀਬ ਨਵਾਜ, ਹੇ ਭਾਰੀ ਸਤਿਗੁਰੂ ਜੀ, ਦਰਸ਼ਨ ਕੀ ਅਬਲਾਖ ਕਨੇਰੀ। ਆਪ ਜੀ ਦੇ ਦਰਸ਼ਨਾਂ ਦੀ ਮੇਰੇ ਮਨ 'ਚ ਬੜੀ ਅਭਿਲਾਸ਼ਾ ਸੀ। ਬੜੇ ਸਮਿਆਂ ਤੋਂ ਮਨ 'ਚ ਇੱਛਾ ਸੀ ਵੀ ਮੈਨੂੰ ਵੀ ਕਦੀ ਦਰਸ਼ਨ ਹੋਣਗੇ ਗਰੀਬ ਨੂੰ। ਗਰੀਬੀ ਕਰਕੇ, ਘਰ ਦੀਆਂ ਜ਼ਿੰਮੇਵਾਰੀਆਂ ਕਰਕੇ, ਘਰ ਦਾ ਬਹੁਤ ਮਾੜਾ ਹਾਲ ਹੈ, ਗਰੀਬੀ ਕਰਕੇ ਜਾ ਨਹੀਂ ਸੀ ਸਕਦਾ ਅੰਮ੍ਰਿਤਸਰ। ਪਰ ਮੇਰੀ ਅਰਦਾਸ ਸੁਣੀ, ਤੁਸੀਂ ਮੇਰੇ ਇਲਾਕੇ ਵਿੱਚ ਹੀ ਆ ਗਏ ਹੋ, ਘਰ 'ਚ ਹੀ ਗੰਗਾ ਆ ਗਈ ਹੈ, ਦਰਸ਼ਨ ਦਿੱਤੇ ਹਨ, ਧੰਨ ਭਾਗਨ ਮੇਰੇ। ਹਾਂਜੀ, ਸੁਨਹੁ ਸ਼੍ਰੋਣ ਤੇ ਬਿਨਤੀ ਮੋਰੀ। ਬਸ ਹੁਣ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਮੇਰੀ ਬੇਨਤੀ ਸੁਣ ਲਓ। ਹਾਂਜੀ, ਦੀਨ ਦੁਨੀ ਕੋ ਮਾਲਕ ਅਹੈ। ਆਪ ਜੀ ਦੀਨ ਦੁਨੀ ਦੇ ਮਾਲਕ ਹੋ, ਇਹ ਸੰਸਾਰ ਦੇ ਵੀ ਹੋ ਤੇ ਪਰਲੋਕ ਦੇ ਵੀ ਤੁਸੀਂ ਮਾਲਕ ਹੋ। ਹਾਂਜੀ, ਸਾਚੋ ਪਾਤਸ਼ਾਹੋ ਇਮ ਕਹੈ। ਸਾਰੀ ਦੁਨੀਆ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੀ। ਸੱਚੇ ਪਾਤਸ਼ਾਹ ਹੋ ਤੁਸੀਂ। ਦਾਸ ਗਰੀਬ ਜਾਨ ਕਰ ਮੋਹੀ। ਇਸ ਕਰਕੇ ਸੱਚੇ ਪਾਤਸ਼ਾਹ ਹੋ ਵੀ ਤੁਸੀਂ ਦੋਵਾਂ ਜਹਾਨਾਂ ਦੇ ਮਾਲਕ ਹੋ। ਦੇਖੋ, ਸਿੱਖ ਗਿਆਨ ਦੇ ਰਿਹਾ ਸ਼ਬਦਾਂ ਦੇ ਵਿੱਚੋਂ। ਜਹਾਂਗੀਰ ਪੁੱਛਦਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ? ਤੇ ਅੱਜ ਪਤਾ ਲੱਗ ਗਿਆ ਵੀ ਸੱਚੇ ਪਾਤਸ਼ਾਹ ਦਾ ਦਾਇਰਾ ਕਿੱਡਾ ਵੱਡਾ, ਕਿੱਡੀ ਉਹਨਾਂ ਦੀ ਵਿਸ਼ਾਲਤਾ ਹੈ। ਕਹਿੰਦਾ ਤਾਂ ਹੀ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਵੀ ਤੁਸੀਂ ਦੀਨ ਦੇ ਵੀ ਮਾਲਕ ਹੋ, ਦੁਨੀਆ ਦੇ ਵੀ ਮਾਲਕ ਹੋ। ਹਾਂਜੀ, ਬਨਹੁ ਸਹਾਇ ਮ੍ਰਿਤੂ ਜਬ ਹੋਹੀ। ਬਸ ਮੇਰੀ ਤਾਂ ਇੱਕੋ ਹੀ ਇੱਛਾ ਹੈ, ਹੋਰ ਮੇਰੀ ਕੋਈ ਮੰਗ ਨਹੀਂ। ਜਦੋਂ ਮੈਂ ਇਸ ਸੰਸਾਰ ਵਿੱਚੋਂ ਜਾਵਾਂ, ਮੇਰੇ ਸਰੀਰ ਦਾ ਅੰਤ ਹੋਵੇ, ਮੇਰਾ ਪ੍ਰਾਣ ਅੰਤ ਹੋਵੇ, ਤਾਂ ਮੇਰੀ ਸਹਾਇਤਾ ਕਰਿਆ ਜੇ। ਜੈ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵਲ ਨਾਮ ਸੰਗ ਤੇਰਾ ਚੱਲੈ। ਜਿੱਥੇ ਬੜੇ ਭਿਆਨਕ ਜਮਦੂਤ ਬਲੀ ਜੀਵ ਨੂੰ ਤੰਗ ਕਰਦੇ ਨੇ, ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਛਡਾਉਂਦੇ ਹੋ। ਜਿੱਥੇ ਔਕਟ ਗਲੀਆਂ ਭੀੜੀਆਂ, ਤਿੱਥੇ ਹਰ ਹਰ ਮੁਕਤ ਕਰਾਹੇ। ਕਿਰਪਾ ਕਰਿਆ ਜੇ ਮਹਾਰਾਜ। ਹਾਂਜੀ, ਅਪਰ ਕਾਮਨਾ ਕੋਏ ਨਾ ਨਾਥ। ਇਹ ਮਹਾਰਾਜ ਹੋਰ ਮੈਨੂੰ ਕੋਈ ਕਾਮਨਾ ਨਹੀਂ, ਹੋਰ ਮੈਨੂੰ ਕੋਈ ਇੱਛਾ ਨਹੀਂ। ਇੱਕੋ ਹੀ ਤਮੰਨਾ ਹੈ ਵੀ ਜਦੋਂ ਜਮਾਂ ਦਾ ਡੰਡਾ ਪੈਣਾ ਉਦੋਂ ਛੁਡਾ ਲਿਆ ਜੇ। ਹਾਂਜੀ, ਜਮ ਤੇ ਰੱਖੋ ਦੇ ਕਰ ਹਾਥ। ਮਹਾਰਾਜ ਜਮ ਤੇ ਰੱਖੋ ਦੇ ਕਰ ਹੱਥ। ਹੱਥ ਦੇ ਕੇ ਜਮਾਂ ਤੋਂ ਬਚਾਇਆ ਜੇ, ਉੱਥੇ ਮੇਰੀ ਸਹਾਇਤਾ ਕਰਿਆ ਜੇ ਗੁਰੂ ਜੀ। ਜਹਾਂਗੀਰ ਸੁਨ ਕੈ ਬਿਸਮਾਇਓ। ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਹੈਰਾਨ ਹੋ ਗਿਆ। ਕਹਿਣ ਲੱਗਾ ਕਿ ਇਹ ਸਿੱਖ ਦੀ ਮੰਗ ਕੀ ਮੈਂ ਪੂਰੀ ਕਰ ਸਕਦਾ? ਆਪਣੇ ਮਨ 'ਚ ਸੋਚਣ ਲੱਗ ਪਿਆ। ਹਾਂਜੀ, ਗੁਰੂ ਜਾਨ ਮੁਖ ਹੈ ਇਹ ਆਇਓ। ਫਿਰ ਉਹਨੂੰ ਸਮਝ ਆਈ ਵੀ ਇਹ ਭੋਲਾ ਸਿੱਖ ਮੇਰੇ ਕੋਲ ਆਇਆ ਗੁਰੂ ਹਰਗੋਬਿੰਦ ਸਾਹਿਬ ਦੇ ਭੁਲੇਖੇ 'ਚ। ਇਹ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਸਮਝ ਬੈਠਾ, ਤਾਂ ਹੀ ਇਹ ਬਾਰ-ਬਾਰ ਮੈਨੂੰ ਸੱਚਾ ਪਾਤਸ਼ਾਹ ਕਹਿ ਰਿਹਾ। ਕਿਉਂਕਿ ਸੱਚਾ ਪਾਤਸ਼ਾਹ ਤਾਂ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੀਆਂ ਨੇ। ਉਹਨਾਂ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਇਹ ਬਾਰ-ਬਾਰ ਮੈਨੂੰ ਸੱਚਾ ਪਾਤਸ਼ਾਹ ਕਹਿ ਕੇ, ਪਰ ਇਹਦੀ ਸ਼ਰਤ ਜਿਹੜੀ ਮੰਗ ਜਿਹੜੀ ਹੈ ਉਹ ਮੈਂ ਪੂਰੀ ਕਰ ਨਹੀਂ ਸਕਦਾ। ਉਹ ਤਾਂ ਸੱਚੇ ਪਾਤਸ਼ਾਹ ਹੀ ਕਰ ਸਕਦੇ ਆ। ਹਾਂਜੀ, ਮੋਹ ਮਹਿ ਕਹਾ ਸ਼ਕਤ ਹੈ ਐਸੇ। ਮਨ 'ਚ ਸੋਚਦਾ ਮੇਰੇ 'ਚ ਇੰਨੀ ਸ਼ਕਤੀ ਕਿੱਥੇ ਕਿ ਮੈਂ ਜੀਵ ਨੂੰ ਜਮਾਂ ਤੋਂ ਛੁਡਾ ਲਵਾਂ। ਹਾਂਜੀ, ਰੱਛਾ ਕਰੋ ਪਲਤ ਮਹਿ ਜੈਸੇ। ਪਰਲੋਕ ਦੇ ਵਿੱਚ ਇਹਦੀ ਸਹਾਇਤਾ ਤਾਂ ਕੀ, ਮੈਂ ਤਾਂ ਆਪਣੀ ਵੀ ਸਹਾਇਤਾ ਨਹੀਂ ਕਰ ਸਕਦਾ। ਮੇਰੀ ਸਹਾਇਤਾ ਮੈਂ ਆਪ ਨਹੀਂ ਕਰ ਸਕਦਾ। ਮੇਰਾ ਉੱਥੇ ਪਤਾ ਨਹੀਂ ਕੀ ਬਣਨਾ। ਜਮਾਂ ਨੇ ਮੇਰਾ ਕਚੂਮਰ ਕੱਢ ਦੇਣਾ। ਉੱਥੇ ਕੀ ਪਤਾ ਕੀ, ਉੱਥੇ ਕੋਈ ਰਾਜੇ ਭਿਖਾਰੀ ਦਾ ਸਵਾਲ ਥੋੜ੍ਹਾ। ਉੱਥੇ ਕਰਮਾਂ ਹੀ, ਉੱਥੇ ਸੱਚੇ ਹੀ ਸੱਚ ਨਿਬੜਾ। ਚੁਣ ਵੱਖ ਕੱਢੇ ਜੇ ਜਮਾਲਿਆ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ। ਅੱਗੇ ਤੇ ਰੂਹ ਜਿਹੋ ਜਿਹੀ ਹੋਵੇਗੀ ਉਹੋ ਜਿਹਾ ਫਲ ਮਿਲਣਾ। ਉਹ ਰਾਜਾ ਸੀ ਜਾਂ ਭਿਖਾਰੀ ਸੀ, ਇਹ ਨਹੀਂ ਉੱਥੇ ਦੇਖਣਾ ਕਿਸੇ ਨੇ। ਹਾਂਜੀ, ਦੁਨੀਆ ਮਹਿ ਕਰਬੇ ਸਮਰੱਥ। ਮੈਂ ਇਸ ਦੁਨੀਆ ਦਾ ਬਾਦਸ਼ਾਹ ਹਾਂ। ਮੇਰੇ ਕੋਲ ਇੰਨੀ ਕੁ ਸਮਰੱਥਾ ਖੁਦਾ ਨੇ ਮੈਨੂੰ ਦਿੱਤੀ ਹੈ ਵੀ ਮੈਂ ਕਿਸੇ ਬੰਦੇ ਨੂੰ ਮਾਲਾ ਮਾਲ ਕਰ ਸਕਦਾ, ਧਨ ਦੌਲਤਾਂ ਨਾਲ ਰਜਾ ਸਕਦਾ, ਕੋਈ ਅਹੁਦੇ ਦੇ ਸਕਦਾ, ਕੋਈ ਜਗੀਰਾਂ ਦੇ ਸਕਦਾ ਮੈਂ।
ਹਾਂਜੀ। ਨਹੀਂ ਦੀਨ ਕੁਛ ਹਮਰੇ ਹੱਥ। ਪਰ ਦੀਨ ਦਾ ਮਸਲਾ ਉਹ ਮੇਰੇ ਤੋਂ ਬਾਹਰ ਹੈ, ਉਹ ਮੇਰੇ ਹੱਥ ਨਹੀਂ। ਦੁਨੀਆ ਦਾ ਮਸਲਾ ਠੀਕ ਹੈ, ਮੈਂ ਜਿੰਨਾ ਕੁ ਹਿੰਦੁਸਤਾਨ ਦਾ ਰਾਜ ਹੈ, ਮੇਰੀ ਹੱਦਬੰਦੀ ਹੈ, ਮੇਰਾ ਹੁਕਮ ਚੱਲਦਾ, ਦੁਨੀਆ ਮੇਰੇ ਅੱਗੇ ਝੁਕਦੀ ਹੈ। ਮੈਂ ਚਾਹਵਾਂ ਕਿਸੇ ਨੂੰ ਫਾਂਸੀ ਲਾ ਦਿਆਂ, ਮੈਂ ਚਾਹਵਾਂ ਕਿਸੇ ਨੂੰ ਬਰੀ ਕਰ ਦਿਆਂ, ਇੰਨੀ ਕੁ ਤਾਕਤ ਹੈ ਮੇਰੇ ਕੋਲ। ਪਰ ਦੀਨ ਦੇ ਮਸਲੇ 'ਚ, ਰੂਹਾਨੀ ਮਸਲੇ 'ਚ, ਉੱਥੇ ਮੇਰਾ ਕੋਈ ਜ਼ੋਰ ਨਹੀਂ ਹੈ। ਹਾਂਜੀ। ਸ਼੍ਰੀ ਹਰਗੋਬਿੰਦ ਮੁਝ ਕੋ ਜਾਨਾ। ਇਹ ਸਿੱਖ ਨੇ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਸਮਝ ਲਿਆ ਹੈ। ਜਾਂ ਤੇ ਇਸ ਬਿਦ ਬਾਕ ਬਖਾਨਾ। ਇਸ ਤਰ੍ਹਾਂ ਇਹ ਤਾਂ ਹੀ ਅਰਦਾਸਾਂ ਕਰ ਰਿਹਾ ਵੀ ਗੁਰੂ ਸਾਹਿਬ ਮੈਨੂੰ ਜਮਾਂ ਤੋਂ ਛੁਡਾ ਲਿਆ ਜੇ, ਸੱਚੇ ਪਾਤਸ਼ਾਹ ਅੱਗੇ ਮੇਰੀ ਸਹਾਇਤਾ ਕਰਿਆ ਜੇ। ਅੱਗੇ ਤੇ ਮੈਂ ਆਪਣੀ ਨਹੀਂ ਕਰ ਸਕਦਾ, ਮੈਂ ਇਹਦੀ ਕੀ ਕਰਾਂਗਾ, ਬਾਦਸ਼ਾਹ ਸੋਚਦਾ। ਹਾਂਜੀ। ਦੀਨ ਦੁਨੀ ਜੋ ਕਰ ਹੈ ਸਹਾਏ। ਜਿਹੜੇ ਦੀਨ ਦੁਨੀਆ ਦੀ ਸਹਾਇਤਾ ਕਰਨ ਵਾਲੇ ਨੇ, ਲੋਕ ਵਿੱਚ ਵੀ ਸਹਾਇਤਾ ਕਰ ਸਕਦੇ ਨੇ ਤੇ ਪਰਲੋਕ ਵਿੱਚ ਵੀ ਜਮਾਂ ਤੋਂ ਛੁਡਾ ਸਕਣ ਜੇ ਸਮਰੱਥ ਨੇ। ਸੱਚ ਪਤਸ਼ਾਹਤ ਤਿਸ ਬਨੇ ਆਏ। ਉਹ ਨੇ ਸੱਚੇ ਪਾਤਸ਼ਾਹ ਤਾਂ, ਮੈਂ ਤਾਂ ਝੂਠਾ ਪਾਤਸ਼ਾਹ ਹਾਂ। ਸੱਚੇ ਪਾਤਸ਼ਾਹ ਤਾਂ ਉਹ ਨੇ ਜਿਹੜੇ ਇੱਥੇ ਵੀ ਤੇ ਉੱਥੇ ਵੀ ਰਾਖੇ ਨੇ। ਗੁਰੂ ਕਹਿਤ ਥੇ ਜੋ ਮਮ ਪਾਸ। ਜੋ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਗੱਲ ਕਹੀ ਸੀ, ਕਰਹਿ ਆਪ ਨਰ ਨਾਮ ਪ੍ਰਕਾਸ਼। ਕਿ ਸਿੱਖ ਸਾਨੂੰ ਆਪ ਹੀ ਸੱਚਾ ਪਾਤਸ਼ਾਹ ਕਹਿੰਦੇ। ਅਸੀਂ ਨਹੀਂ ਕਦੀ ਕਿਸੇ ਨੂੰ ਕਿਹਾ ਵੀ ਸਾਨੂੰ ਸੱਚੇ ਪਾਤਸ਼ਾਹ ਆਖੋ। ਸਿੱਖ ਆਪ ਹੀ ਗੁਰੂ ਦਾ ਨਾਮ ਸੱਚਾ ਪਾਤਸ਼ਾਹ ਰੱਖਦੇ ਨੇ। ਹਾਂਜੀ। ਹਮ ਨਹਿ ਕਿਸ ਕੇ ਸੰਗ ਬਖਾਨ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੀ, ਜਦੋਂ ਜਹਾਂਗੀਰ ਨੇ ਪੁੱਛਿਆ ਨਾ ਵੀ ਮਹਾਰਾਜ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ, ਤੁਸੀਂ ਕਿਉਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਹੋ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਦਸ਼ਾਹ ਅਸੀਂ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਸਾਨੂੰ ਕੋਈ ਸੱਚਾ ਪਾਤਸ਼ਾਹ ਆਖੇ ਜਾਂ ਨਾ ਆਖੇ। ਇਹ ਤਾਂ ਸਿੱਖਾਂ ਦੀ ਭਾਵਨਾ ਹੈ, ਉਹਨਾਂ ਦੀ ਸ਼ਰਧਾ ਹੈ, ਅਸੀਂ ਨਹੀਂ ਕਹਿੰਦੇ। ਹਾਂਜੀ। ਸਾਚੋ ਪਾਤਸ਼ਾਹੋ ਜਗ ਜਨ ਹੈ। ਸਾਰੀ ਦੁਨੀਆ ਆਪੇ ਹੀ ਸੱਚਾ ਪਾਤਸ਼ਾਹ ਕਰਕੇ ਜਾਣਦੀ ਹੈ। ਕਹਿ ਆਪ ਹੀ ਤੇ ਇਹ ਨਾਮੂ। ਆਪਣੇ ਵੱਲੋਂ ਹੀ ਸਿੱਖ ਕਹਿੰਦੇ ਨੇ ਵੀ ਸਾਡਾ ਗੁਰੂ ਸੱਚਾ ਪਾਤਸ਼ਾਹ ਹੈ। ਵਿਦਿਤਿਓ ਸਗਰੇ ਪੁਰ ਅਰ ਗ੍ਰਾਮੂ। ਸਭ ਸ਼ਹਿਰਾਂ, ਨਗਰਾਂ, ਪਿੰਡਾਂ 'ਚ, ਸਾਰੀ ਦੁਨੀਆ 'ਚ ਪ੍ਰਗਟ ਹੋ ਗਿਆ। ਗੁਰੂ ਨਾਨਕ ਦੀ ਗੱਦੀ ਦੇ ਮਾਲਕਾਂ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਹਾਂਜੀ। ਇਹ ਕਹਿਬੋ ਗੁਰ ਕੋ ਸਭ ਸਾਚਾ। ਗੁਰੂ ਹਰਗੋਬਿੰਦ ਸਾਹਿਬ ਦਾ ਇਹ ਕਹਿਣਾ ਸੱਚ ਹੈ। ਇਹ ਗੁਰੂ ਸਾਹਿਬ ਆਪ ਨਹੀਂ ਕਹਾਉਂਦੇ, ਇਹ ਸੰਗਤਾਂ ਉਹਨਾਂ ਦੀ ਹਸਤੀ ਨੂੰ ਵੇਖ ਕੇ ਆਪ ਹੀ ਕਹਿੰਦੀਆਂ ਨੇ। ਹਾਂਜੀ। ਲਗਨ ਨਾ ਦੇਤ ਦਾਸ ਦੁਖ ਆਂਚਾ। ਉਹ ਗੱਲ ਸੱਚੀ ਹੈ ਵੀ ਉਹ ਹੈ ਹੀ ਸੱਚੇ ਪਾਤਸ਼ਾਹ ਨੇ, ਜਿਹੜੇ ਆਪਣੇ ਦਾਸਾਂ ਨੂੰ ਦੁੱਖਾਂ ਦੀ ਆਂਚ ਨਹੀਂ ਲੱਗਣ ਦਿੰਦੇ, ਦੁੱਖਾਂ ਦਾ ਸੇਕ ਨਹੀਂ ਲੱਗਣ ਦਿੰਦੇ। ਹਾਂਜੀ। ਇਮਚਿਤ ਮਹਿ ਚਿਤਵਤ ਭਾਸ਼ਾਹੂ। ਇਸ ਤਰ੍ਹਾਂ ਬਾਦਸ਼ਾਹ ਮਨ ਵਿੱਚ ਸੋਚਣ ਲੱਗ ਪਿਆ। ਗੁਰ ਨਿਸ਼ਚੈ ਹੋਇਓ ਉਰ ਮਾਹੂ। ਹੁਣ ਉਹਨੂੰ ਨਿਸ਼ਚਾ ਹੋ ਗਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਹਨ ਤੇ ਮੈਂ ਝੂਠਾ ਪਾਤਸ਼ਾਹ ਹਾਂ। ਕਾਹੀ ਸੁਨ ਤਬ ਕਹਿਓ ਸੁਨਾਈ। ਕਹਿੰਦੇ ਬਾਦਸ਼ਾਹ ਨੇ ਘਾਈ ਦੀ ਗੱਲ ਸੁਣ ਕੇ ਉਹਨੂੰ ਜਦੋਂ ਦੱਸਿਆ, ਹਮ ਦੁਨੀਆ ਕੇ ਸ਼ਾਹੋ ਕਹਾਈ। ਬਾਦਸ਼ਾਹ ਕਹਿਣ ਲੱਗਾ, ਦੇਖ ਬਾਈ ਸਿੱਖਾ, ਅਸੀਂ ਤਾਂ ਹਾਂ ਦੁਨੀਆ ਦੇ ਬਾਦਸ਼ਾਹ, ਅਸੀਂ ਇਸ ਦੁਨੀਆ ਦੇ ਬਾਦਸ਼ਾਹ ਹਾਂ। ਹਾਂਜੀ। ਅੰਤ ਕਾਲ ਹੋਇ ਨਹੀਂ ਸਹਾਏ। ਅੰਤ ਸਮੇਂ ਅਸੀਂ ਤੇਰੀ ਸਹਾਇਤਾ ਨਹੀਂ ਕਰ ਸਕਦੇ, ਅਖੀਰ ਨੂੰ ਤੇਰੀ ਅਸੀਂ ਮਦਦ ਨਹੀਂ ਕਰ ਸਕਦੇ। ਹਾਂਜੀ। ਤਹਿ ਕੁਛ ਹਮਰੇ ਬਸ ਨਾ ਬਸਾਏ। ਉੱਥੇ ਸਾਡਾ ਕੋਈ ਜ਼ੋਰ ਨਹੀਂ ਚੱਲਣਾ ਜਿੱਥੇ ਦੀ ਤੂੰ ਗੱਲ ਕਰਦਾ ਹੈ ਵੀ ਜਮਾਂ ਤੋਂ ਛੁਡਾ ਲਿਆ ਜੇ। ਜਮਾਂ ਤੋਂ ਅਸੀਂ ਕਿਸੇ ਨੂੰ ਨਹੀਂ ਛੁਡਾ ਸਕਦੇ। ਹਾਂਜੀ। ਸਾਚੋ ਸ਼ਾਹੂ ਗੁਰੂ ਜਿਸ ਕਹੈ। ਉਹ ਜਿਨ੍ਹਾਂ ਨੂੰ ਤੂੰ ਸੱਚੇ ਪਾਤਸ਼ਾਹ ਕਹਿਣਾ, ਉਹ ਨਾਲ ਦੇ ਦਰਖਤ ਥੱਲੇ ਬੈਠੇ ਨੇ, ਉਹਨਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਹੈ। ਉਹ ਸੱਚੇ ਪਾਤਸ਼ਾਹ ਨੇ, ਮੈਂ ਤਾਂ ਦੁਨਿਆਵੀ ਬਾਦਸ਼ਾਹ ਹਾਂ। ਹਾਂਜੀ। ਅਪਰ ਥਾਨ ਸੋ ਉਤਰਿਓ ਅਹੈ। ਉਹ ਦੂਸਰੇ ਦਰਖਤ ਥੱਲੇ ਉਤਰੇ ਹੋਏ ਨੇ। ਜਿਹੜੀ ਤੂੰ ਮੰਗ ਇਹ ਮੇਰੇ ਤੋਂ ਮੰਗੀ ਹੈ, ਉਹਨਾਂ ਕੋਲੋਂ ਜਾ ਕੇ ਮੰਗ ਸਕਦਾ, ਉਹ ਤੇਰੀ ਪੂਰੀ ਕਰ ਸਕਦੇ ਨੇ। ਹਾਂਜੀ। ਤਿਨ ਢਿਗ ਪਹੁੰਚੋ ਅਰਜ਼ ਗੁਜ਼ਾਰੋ। ਉਹਨਾਂ ਕੋਲ ਜਾ ਕੇ ਉਹਨਾਂ ਨੂੰ ਬੇਨਤੀ ਕਰ ਵੀ ਉਹ ਤੈਨੂੰ ਜਮਾਂ ਤੋਂ ਬਚਾ ਲੈਣ। ਹਾਂਜੀ। ਹਿਰਦੇ ਮਨੋਰਥ ਕੋ ਤਹਿ ਸਾਰਹੋ। ਉੱਥੇ ਤੇਰੇ ਮਨ ਦਾ ਮਨੋਰਥ ਪੂਰਾ ਹੋ ਸਕਦਾ।
ਇਮ ਸੁਨ ਟਕਾ ਉਠਾਏ ਸੋ ਕਹਾਹੀ। ਇਸ ਤਰ੍ਹਾਂ ਸੁਣ ਕੇ ਘਾਈ ਨੇ ਟਕਾ ਚੁੱਕ ਲਿਆ, ਗਮਨਿਓ ਅਪਰ ਨਰਨ ਕੇ ਪਾਹੀ। ਉੱਥੋਂ ਤੁਰ ਪਿਆ। ਹੁਣ ਬਾਦਸ਼ਾਹ ਦੇ ਅੱਗੇ ਰੱਖਿਆ ਹੋਇਆ ਟਕਾ ਜੇ ਕੋਈ ਚੁੱਕ ਲਵੇ, ਉਹ ਬਾਦਸ਼ਾਹ ਦੀ ਕਿੰਨੀ ਤੋਹੀਨ ਹੈ। ਕਿਸੇ ਨੂੰ ਦਿੱਤਾ ਹੋਇਆ ਨਜ਼ਰਾਨਾ ਉਹਦੇ ਤੋਂ ਵਾਪਸ ਲੈਣਾ ਆਮ ਬੰਦੇ ਤੋਂ ਨਹੀਂ ਲਿਆ ਜਾਂਦਾ। ਅਸੀਂ ਕਿਸੇ ਨੂੰ ਕੋਈ ਦੇ ਦਈਏ ਥੋੜ੍ਹਾ ਬਾਹਲਾ 10-20 ਰੁਪਈਏ, ਫਿਰ ਉਹਦੇ ਕੋਲੋਂ ਵਾਪਸ ਚੱਕ ਲਈਏ, ਬੜੀ ਜ਼ੁਰਤ ਨਾਲ ਕਰਨਾ ਪੈਂਦਾ, ਇਹ ਕੰਮ ਹੁੰਦਾ ਨਹੀਂ। ਬਾਦਸ਼ਾਹ ਦੇ ਅੱਗੋਂ ਟਕਾ ਚੁੱਕਣਾ, ਉਹਦੇ ਅੱਗੋਂ ਭੇਟਾ ਦਿੱਤੀ ਹੋਈ ਵਾਪਸ ਚੱਕਣੀ, ਬਾਦਸ਼ਾਹ ਦੀ ਤੋਹੀਨ ਹੈ। ਪਰ ਸਿੱਖ ਨੂੰ ਕੀ ਲੱਗੇ ਬਾਦਸ਼ਾਹ ਨਾਲ, ਝੂਠੇ ਨਾਲ? ਉਹਨੂੰ ਤਾਂ ਸੱਚੇ ਪਾਤਸ਼ਾਹ ਨਾਲ ਮਤਲਬ ਸੀਗਾ। ਉਹਨੇ ਗੁਰੂ ਦੀ ਭੇਟਾ ਸਮਝ ਕੇ ਟਕਾ ਵਾਪਸ ਚੁੱਕ ਲਿਆ ਤੇ ਪਿਛਾ ਨੂੰ ਮੁੜ ਪਿਆ। ਹਾਂਜੀ, ਸ਼੍ਰੀ ਹਰਗੋਬਿੰਦ ਸੱਚ ਪਤਸ਼ਾਹੂ। ਜਿੱਧਰ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜੇ ਸਨ। ਹਾਂਜੀ, ਉਤਰੇ ਕਹਾਂ ਦੇਖ ਬੇਚਾਹੂ। ਉਹ ਪੁੱਛਦਾ ਉਹ ਕਿੱਥੇ ਉਤਰੇ ਨੇ, ਦੇਖਣਾ ਚਾਹੁੰਦਾ, ਛੇਤੀ ਜਾਣਾ ਚਾਹੁੰਦਾ ਗੁਰਾਂ ਕੋਲ। ਮੋਹੇ ਬਤਾਵਹੋ ਸੋ ਇਸ ਥਾਨ। ਹਾਂ, ਲੋਕਾਂ ਨੂੰ ਪੁੱਛਦਾ ਮੈਨੂੰ ਉਹ ਜਗ੍ਹਾ ਦੱਸੋ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ। ਹਾਂਜੀ, ਬਿਦਤ ਗਰੀਬ ਨਿਵਾਜ ਮਹਾਨ। ਉਹਨਾਂ ਨੂੰ ਗਰੀਬ ਨਵਾਜ ਵੀ ਕਹਿੰਦੇ ਨੇ, ਉਹਨਾਂ ਨੂੰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ, ਉਹਨਾਂ ਨੂੰ ਸਤਿਗੁਰੂ ਮਹਾਰਾਜ ਵੀ ਕਹਿੰਦੇ ਨੇ। ਮੈਨੂੰ ਉੱਥੇ ਲੈ ਚੱਲੋ। ਹਾਂਜੀ, ਸੁਨ ਲੋਕਨ ਗੁਰ ਥਾਨ ਬਤਾਇਓ। ਤਾਂ ਲੋਕਾਂ ਨੇ ਦੱਸਿਆ ਵੀ ਉਹ ਤਾਂ ਦੂਸਰੇ ਦਰਖਤ ਥੱਲੇ ਉਹ ਥੋੜ੍ਹੀ ਵਿੱਥ ਤੇ ਉਤਰੇ ਹੋਏ ਨੇ। ਹਾਂਜੀ, ਜਹ ਤਰ ਛਾਏ ਆਰਾਮ ਸੋ ਪਾਇਓ। ਉਹ ਦਰਖਤਾਂ ਦੀ ਛਾਇਆ ਵਿੱਚ ਆਰਾਮ ਕਰ ਰਹੇ ਨੇ। ਪਹੁੰਚਿਓ ਜਾਏ ਦਰ ਸੋਜ ਕੋ ਕਰਕੇ। ਕਹਿੰਦੇ ਉਹ ਸਿੱਖ ਉੱਥੇ ਪਹੁੰਚ ਗਿਆ ਤੇ ਜਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਫੜੇ। ਬੰਧਨ ਕੀਨ ਧਰਨ ਸਿਰ ਧਰ ਕੇ। ਉਹੀ ਟਕਾ ਜਿਹੜਾ ਜਹਾਂਗੀਰ ਕੋਲ ਚੁੱਕ ਕੇ ਲਿਆਂਦਾ ਸੀ, ਫਿਰ ਛੇਵੇਂ ਪਾਤਸ਼ਾਹ ਅੱਗੇ ਰੱਖ ਦਿੱਤਾ ਤੇ ਮੱਥਾ ਟੇਕਿਆ। ਟਕਾ ਰਾਖ ਕਰ ਅਰਜ਼ ਗੁਜ਼ਾਰੀ। ਆਪਣੀ ਭੇਟਾ ਰੱਖ ਕੇ ਅਰਦਾਸ ਕੀਤੀ, ਮੈਂ ਆਇਓ ਹੋ ਗੁਰ ਸ਼ਰਨ ਤੁਮਾਰੀ। ਇਹ ਗੁਰੂ ਜੀ ਮੈਂ ਤੁਹਾਡੀ ਸ਼ਰਨ ਆਇਆ ਹਾਂ। ਅੰਤ ਕਾਲ ਮਹਿ ਬਨ ਹੋ ਸਹਾਈ। ਇਹ ਬੇਨਤੀ ਹੈ ਵੀ ਅੰਤ ਸਮੇਂ ਮੇਰੀ ਸਹਾਇਤਾ ਕਰਿਆ ਜੇ, ਮੈਨੂੰ ਜਮਾਂ ਤੋਂ ਛੁਡਾ ਲਿਆ ਜੇ। ਜਮਦੂਤਨ ਤੇ ਲੇਹੋ ਬਚਾਈ। ਬਸ ਜਮਦੂਤਾਂ ਤੋਂ ਬਚਾ ਲਿਆ ਜੇ, ਉਹਨਾਂ ਦੀ ਮਾਰ ਨਾ ਪਵੇ ਮੈਨੂੰ। ਅਬ ਲਾਖਤ ਬਹੁ ਦਿਨ ਤੇ ਦਰਸ਼ਨ। ਮਹਾਰਾਜ ਮੈਂ ਬੜੇ ਦਿਨਾਂ ਤੋਂ ਤੁਹਾਡੇ ਦਰਸ਼ਨਾਂ ਦੀ ਅਭਿਲਾਸ਼ਾ ਕਰਦਾ ਸੀ। ਆਜ ਭਾਗ ਬੜ ਤੇ ਭਾਗ ਪਰਸਨ। ਅੱਜ ਵੱਡੇ ਭਾਗ ਆਪ ਜੀ ਦੇ ਦਰਸ਼ਨ ਹੋ ਗਏ ਹਨ ਸਤਿਗੁਰੂ ਜੀ। ਨਾਮ ਗਰੀਬ ਨਿਵਾਜ ਤੁਮਾਰਾ। ਆਪ ਜੀ ਦਾ ਨਾਮ ਗਰੀਬ ਨਵਾਜ ਹੈ ਤੇ ਮੈਂ ਗਰੀਬ ਹਾਂ ਤੇ ਤੁਸੀਂ ਗਰੀਬ ਨਵਾਜ ਹੋ ਤੇ ਮੈਨੂੰ ਗਰੀਬ ਨੂੰ ਨਿਵਾਜੋ, ਮੈਨੂੰ ਜਮਾਂ ਤੋਂ ਛੁਡਾ ਲਓ ਸਤਿਗੁਰੂ ਜੀ। ਕਰੋ ਨਿਬਾਹਨ ਬਿਰਦ ਉਦਾਰਾ। ਆਪਣੇ ਬਿਰਦ ਦੀ ਲਾਜ ਰੱਖ ਲਓ ਸੱਚੇ ਪਾਤਸ਼ਾਹ। ਸੁਨ ਸਤਿਗੁਰੂ ਕਿਰਪਾਲ ਬਖਾਨਾ। ਗੁਰੂ ਹਰਗੋਬਿੰਦ ਸਾਹਿਬ ਜੀ ਉਸ ਗਰੀਬ ਸਿੱਖ ਦੀ ਬੇਨਤੀ ਸੁਣ ਕੇ ਬੋਲੇ, ਸਿਮਰਹੁ ਸਤਿਨਾਮ ਕਲਿਆਣਾ। ਮਹਾਰਾਜ ਕਹਿੰਦੇ ਭਾਈ ਸਿੱਖਾ ਸਤਨਾਮ ਸ੍ਰੀ ਵਾਹਿਗੁਰੂ ਦਾ ਅਭਿਆਸ ਕਰ, ਕਲਿਆਣ ਹੋਵੇਗਾ, ਭਲਾ ਹੋਵੇਗਾ। ਧਰਮ ਕਿਰਤ ਕਰ ਖਾਹੋ ਅਖਾਰਾ। ਔਰ ਆਪਣੀ ਧਰਮ ਦੀ ਕਿਰਤ ਕਰਕੇ ਭੋਜਨ ਛਕੋ। ਪਾਪ ਦੀ ਕਮਾਈ ਨਾ ਕਰੋ, ਛਲ ਕਪਟ ਚੋਰੀ ਯਾਰੀ ਠੱਗੀ ਬੇਈਮਾਨੀ ਤੋਂ ਬਚੋ। ਸ਼ੁਭ ਕਰਮ ਕਰੋ, ਮਾੜੇ ਕਰਮਾਂ ਦਾ ਤਿਆਗ ਕਰੋ। ਸਤਨਾਮ ਸ੍ਰੀ ਵਾਹਿਗੁਰੂ ਦਾ ਅਭਿਆਸ ਕਰੋ। ਹਾਂਜੀ, ਇਨ ਦੋਇਨ ਤੇ ਸਦਾ ਸੁਖਾਰਾ। ਇਹਨਾਂ ਦੋ ਕਰਮਾਂ ਨਾਲ ਭਾਵ ਸਤ ਕਰਮ ਕਰਨੇ ਤੇ ਨਾਮ ਜਪਣਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਨਾਮ ਜਪਣਾ, ਇਹਦੇ ਨਾਲ ਬੇੜਾ ਪਾਰ ਹੋ ਜਾਂਦਾ। ਹਾਂਜੀ, ਨਹਿ ਜਮਦੂਤ ਦੇਖ ਬੇਪਾਵਹਿ। ਕਹਿੰਦੇ ਫਿਰ ਜਮਦੂਤਾਂ ਦੇ ਦਰਸ਼ਨ ਨਹੀਂ ਹੁੰਦੇ। ਜਿਹੜਾ ਗੁਰੂ ਕਾ ਸਿੱਖ ਕਿਰਤ ਕਰਕੇ ਨਾਮ ਜਪਦਾ ਉਹਨੂੰ ਜਮਦੂਤਾਂ ਵਾਲੇ ਰਾਹ ਜਾਣਾ ਹੀ ਨਹੀਂ ਪੈਂਦਾ। ਹਾਂਜੀ, ਕਰ ਦੇ ਕਰ ਸਤਿਗੁਰੂ ਬਚਾਵਹਿ। ਮਹਾਰਾਜ ਗੁਰੂ ਨਾਨਕ ਦੇਵ ਜੀ ਹੱਥ ਦੇ ਕੇ ਜਮਦੂਤਾਂ ਤੋਂ ਬਚਾ ਲੈਂਦੇ। ਸੁਨ ਬੰਧਨ ਕਰ ਗਮਨਿਓ ਕਾਹੀ। ਉਹ ਮੱਥਾ ਟੇਕ ਕੇ ਘਾਈ ਚਲਾ ਗਿਆ। ਅਦਿਕ ਆਨੰਦ ਧਾਰ ਉਰ ਮਾਹੀ। ਔਰ ਬੜਾ ਮਨ ਚ ਪ੍ਰਸੰਨ ਹੋਇਆ। ਤਪਤ ਨਿਵਾਰੀ ਸਮਾਂ ਬਿਤਾਏ। ਦੁਪਹਿਰ ਦਾ ਗਰਮੀ ਦਾ ਸਮਾਂ ਸੀ, ਮਹਾਰਾਜ ਨੇ ਉੱਥੇ ਗੁਜ਼ਾਰਿਆ। ਕੁਝ ਵਿਦਵਾਨਾਂ ਨੇ ਉੱਥੇ ਜੋ ਸਥਾਨ ਬਣਿਆ ਹੈ ਅੱਜ ਕੱਲ੍ਹ ਧੌਲਪੁਰ ਮੱਛ ਕੁੰਡ ਦੇ ਉੱਤੇ, ਇੱਕ ਬਾਬਾ ਠਾਕਰ ਸਿੰਘ ਜੀ ਘੋੜੇ ਵਾਲੇ, ਲਗਭਗ 60 ਸਾਲ ਹੋ ਗਏ ਨੇ, ਉੱਥੇ ਸੇਵਾ ਨਿਭਾਉਂਦੇ ਹੈ। ਮਹਾਂਪੁਰਸ਼ ਗੁਰਦੁਆਰਾ ਬਣਾਇਆ ਹੋਇਆ, ਆਏ ਗਏ ਨੂੰ ਪ੍ਰਸ਼ਾਦਾ ਪਾਣੀ ਵੀ ਜਥਾ ਸ਼ਕਤੀ ਸੇਵਾ ਕਰਦੇ ਨੇ। ਔਰ 2-4 ਕਮਰੇ ਵੀ ਉਹਨਾਂ ਨੇ ਰਿਹਾਇਸ਼ ਵਾਸਤੇ ਬਣਾਏ ਹੋਏ ਨੇ। ਆਗਰੇ ਤੇ ਗਵਾਲੀਅਰ ਦੇ ਵਿਚਕਾਰ ਹੈ ਧੌਲਪੁਰ।
ਮੱਛਕੁੰਡ ਗੁਰਦੁਆਰਾ ਸਾਹਿਬ ਹੈ, ਜਿੱਥੇ ਜਨਮੇਜੇ ਦਾ ਪੁੱਤਰ ਮੁੱਚਕੰਦ ਆਪਣੇ ਪਿਓ ਕੋਲੋਂ ਵਰ ਲੈ ਕੇ ਸੁੱਤਾ ਸੀ ਵੀ ਜਿਹੜਾ ਮੈਨੂੰ ਉਠਾਏ ਭਸਮ ਹੋ ਜਾਏ। ਸਤਿਯੁਗ ਦਾ ਸੁੱਤਾ ਸੀ, ਜਨਮੇਜੇ ਰਾਜੇ ਦਾ ਪੁੱਤਰ ਸੀ, ਉਹਦਾ ਨਾਮ ਸੀ ਮੁੱਚਕੰਦ। ਤ੍ਰੇਤਾ ਬੀਤ ਗਿਆ, ਦੁਆਪਰ ਜਦੋਂ ਭਗਵਾਨ ਕ੍ਰਿਸ਼ਨ ਜੀ ਜਰਾਸੰਧ ਤੋਂ ਜੰਗ 'ਚ ਭੱਜ ਕੇ ਕਾਲ ਜਮਨ ਪਿੱਛੇ ਲੱਗ ਗਿਆ ਨਾ, ਤੇ ਉੱਥੇ ਜਾ ਪਹੁੰਚੇ ਤੇ ਆਪਣਾ ਪਰਨਾ ਮੁੱਚਕੰਦ ਦੇ ਉੱਤੇ ਪਾ ਕੇ ਤੇ ਆਪ ਪਰਾਂ ਸਾਈਡ ਜੀ ਨੂੰ ਹੋ ਕੇ ਗੁਫਾ 'ਚ ਲੁਕ ਗਏ। ਉਹਨੇ ਆ ਕੇ ਕਾਲ ਜਮਨ ਨੇ ਲੱਤ ਮਾਰੀ ਵੀ ਇਹ ਕ੍ਰਿਸ਼ਨ ਸੁੱਤਾ ਪਿਆ। ਉੱਠਿਆ ਜਦੋਂ ਉਹ ਕਾਲ ਜਮਨ ਨਿਗਾਹ ਪਈ, ਮੁੱਚਕੰਦ ਜਾਗਿਆ, ਕਾਲ ਜਮਨ ਨੂੰ ਸਾੜ ਕੇ ਸੁਆਹ ਕਰ ਦਿੱਤਾ। ਸੋ ਉਹ ਜਗ੍ਹਾ 'ਤੇ ਨਾਮ ਹੈ ਮੱਛਕੁੰਡ, ਉਹ ਜਗ੍ਹਾ ਦਾ ਨਾਮ ਹੈ। ਬਹੁਤ ਆਲਾ ਦਰਜੇ ਦਾ ਵੱਡਾ ਤਰਨਤਾਰਨ ਸਾਹਿਬ ਵਰਗਾ ਸਰੋਵਰ ਹਿੰਦੂਆਂ ਨੇ ਪੁਰਾਣੇ ਜ਼ਮਾਨੇ 'ਚ ਰਾਜਪੂਤਾਂ ਨੇ, ਰਾਜਿਆਂ ਨੇ ਬਣਾਇਆ। ਆਲੇ ਦੁਆਲੇ ਲਾਲ ਪੱਥਰ ਦੀ ਬਿਲਡਿੰਗ ਬੜੀ ਵੱਡੀ ਹੈ। ਉਹਦੇ ਵਿੱਚੋਂ ਇੱਕ ਸਥਾਨ ਜਿਹੜਾ 6ਵੇਂ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ, ਜਿੱਥੇ ਇਹ ਸਾਰਾ ਪ੍ਰਸੰਗ ਵਾਪਰਿਆ ਸੀਗਾ, ਉੱਧਰ ਹੀ ਮਹਾਰਾਜ ਸਾਹਿਬ ਸ਼ਿਕਾਰ ਖੇਡਦੇ ਜੰਗਲਾਂ 'ਚ ਕੌਤਕ ਕੀਤੇ। ਸੋ ਸਾਧ ਸੰਗਤ ਜੀ, ਭਾਗਾਂ ਵਾਲੇ ਗੁਰੂ ਕੇ ਸਿੱਖ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਸਮਾਂ ਥੋੜ੍ਹਾ ਵਧੀਕ ਹੋ ਚੁੱਕਾ। ਅੱਜ ਮੰਗਲਵਾਰ ਦਾ ਦਿਹਾੜਾ, ਉਹ ਨਾਮ ਸਿਮਰਨ ਨਾਲ ਜੁੜੀਏ। ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ।